ਆਓ ਅਸੀਂ ਉਹ ਜੋ ਪਰਮੇਸ਼ਵਰ ਦੀ ਆਵਾਜ਼ ਸੁਣ ਸਕਦੇ ਹਨ, ਉਪਦੇਸ਼ ਲੇਖ ਨਾਲ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰੀਏ। ਭਾਵੇਂ ਪਰਮੇਸ਼ਵਰ ਸਾਡੀ ਮਨੁੱਖ ਜਾਤੀ ਨੂੰ ਬਚਾਉਣ ਲਈ ਕਈ ਸਿੱਖਿਆਵਾਂ ਦਿੰਦੇ ਹਨ, ਪਰ ਜੇ ਅਸੀਂ ਸਪਸ਼ਟ ਤੌਰ ਤੇ ਇਸ ਗੱਲ ਦਾ ਅਰਥ ਨਹੀਂ ਸਮਝਦੇ ਕਿ ਪਰਮੇਸ਼ਵਰ ਨੇ ਸਾਨੂੰ ਕੀ ਸਿਖਾਇਆ ਹੈ ਅਤੇ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ, ਤਦ ਕਿ ਅਸੀਂ ਉਹਨਾਂ ਦੀ ਮੁਕਤੀ ਦੀ ਯੋਜਨਾ ਦੇ ਅਨੁਸਾਰ ਉਹਨਾਂ ਦੀ ਇੱਛਾ ਨੂੰ ਪੂਰੀ ਕਰ ਸਕਦੇ ਹਾਂ? ਬਿਲਕੁਲ ਨਹੀਂ। ਇਸ ਕਾਰਨ ਬਾਈਬਲ ਕਹਿੰਦੀ ਹੈ ਕਿ ਲੋਕਾਂ ਦੇ ਦੋ ਸਮੂਹ ਹਨ, ਉਹ ਜੋ ਪਰਮੇਸ਼ਵਰ ਦੀ ਆਵਾਜ਼ ਸੁਣਦੇ ਅਤੇ ਸਮਝਦੇ ਹਨ ਅਤੇ ਜੋ ਨਹੀਂ ਸੁਣਦੇ ਅਤੇ ਨਹੀਂ ਸਮਝਦੇ। ਫਿਰ ਧਰਤੀ ਤੇ ਕਿੰਨੇ ਲੋਕ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨ ਅਤੇ ਸਮਝਣ ਵਿੱਚ ਕਾਬਲ ਹਨ? ਬਾਈਬਲ ਦੱਸਦੀ ਹੈ ਕਿ ਉਹ ਥੋੜੇ ਹੀ ਹਨ। ਇਸ ਕਾਰਨ ਮੁਕਤੀ ਦੇ ਰਾਹ ਦੀ ਤੁਲਨਾ ਤੰਗ ਰਸਤੇ ਤੋਂ ਪ੍ਰਵੇਸ਼ ਕਰਨ ਨਾਲ ਕੀਤੀ ਗਈ ਹੈ। ਇਸ ਯੁੱਗ ਵਿੱਚ ਵੀ ਇਸ ਤਰ੍ਹਾਂ ਹੀ ਹੈ। ਇਹ ਅਸਲ ਵਿੱਚ ਅਵਿਸ਼ਵਾਸਯੋਗ ਹੈ। ਭਾਵੇਂ ਪਰਮੇਸ਼ਵਰ ਦਾ ਵਚਨ ਇੱਕ ਹੀ ਜਗ੍ਹਾ ਅਤੇ ਇੱਕ ਹੀ ਹਾਲਾਤਾਂ ਵਿੱਚ ਕਿਹਾ ਗਿਆ ਸੀ, ਪਰ ਕਈ ਲੋਕਾਂ ਨੇ ਉਹਨਾਂ ਦਾ ਸ਼ਬਦ ਸੁਣਿਆ ਅਤੇ ਉਸ ਨੂੰ ਅਮਲ ਵਿੱਚ ਲਿਆਏ, ਜਦਕਿ ਬਹੁਤੇ ਉਸ ਨੂੰ ਨਹੀਂ ਸੁਣ ਸਕੇ ਅਤੇ ਸੋਚਿਆ, ਇਸ ਦਾ ਕੀ ਮਤਲਬ ਹੈ? ਕਿ ਇਹ ਗਰਜਨ ਹੈ? ਕਿ ਇਹ ਹਵਾ ਦੀ ਆਵਾਜ਼ ਹੈ? ਉਹਨਾਂ ਦੇ ਜ਼ਮੀਰ ਦੀ ਘਾਟ ਕਰਕੇ ਬਹੁਤ ਸਾਰੇ ਲੋਕ ਮੁਕਤੀ ਦੇ ਰਾਹ ਤੇ ਨਾ ਹੀ ਤੁਰ ਸਕੇ, ਨਾ ਹੀ ਮੁਕਤੀ ਦੀ ਜਗ੍ਹਾ ਤੇ ਆ ਸਕੇ। ਅਸੀਂ ਸੱਚਮੁੱਚ ਧੰਨ ਹਾਂ ਕਿ ਅਸੀਂ ਪਰਮੇਸ਼ਵਰ ਦੀ ਆਵਾਜ਼ ਸੁਣ ਸਕਦੇ ਹਾਂ, ਕਿਉਂਕਿ ਅਸੀਂ ਪਰਮੇਸ਼ਵਰ ਦੀ ਆਵਾਜ਼ ਸੁਣਦੇ ਹਾਂ ਅਤੇ ਸਪਸ਼ਟ ਤੌਰ ਤੇ ਸਮਝਦੇ ਹਾਂ ਕਿ ਪਰਮੇਸ਼ਵਰ ਨੇ ਸਾਨੂੰ ਕੀ ਕਰਨ ਲਈ ਕਿਹਾ ਹੈ। ਇਸ ਲਈ ਕਿ ਹੁਣ ਅਸੀਂ ਵਿਸ਼ਵਾਸ ਨਾਲ ਸਵਰਗ ਵੱਲ ਨਹੀਂ ਤੁਰ ਰਹੇ। ਪੌਲੁਸ ਰਸੂਲ ਨੇ ਵੀ ਆਪਣੀ ਜ਼ਿੰਦਗੀ ਦੇ ਅੰਤ ਤੇ ਕਿਹਾ, ਮੈਂ ਚੰਗੀ ਕੁਸ਼ਤੀ ਲੜ ਚੁੱਕਾ ਹਾਂ, ਮੈਂ ਆਪਣੀ ਦੌੜ ਪੂਰੀ ਕਰ ਲਈ ਹੈ, ਮੈਂ ਵਿਸ਼ਵਾਸ ਦੀ ਰਾਖੀ ਕੀਤੀ ਹੈ। ਇਸ ਲਈ ਮੇਰੇ ਲਈ ਧਰਮ ਦਾ ਮੁਕੁਟ ਰੱਖਿਆ ਹੋਇਆ ਹੈ। ਉਹ ਅਜਿਹਾ ਵਿਸ਼ਵਾਸ ਕਿਵੇਂ ਪਾ ਸਕਦਾ ਸੀ? ਏਦਾਂ ਇਸ ਲਈ ਸੀ ਕਿਉਂਕਿ ਉਸਨੇ ਪਰਮੇਸ਼ਵਰ ਦੀ ਆਵਾਜ਼ ਨੂੰ ਸਪਸ਼ਟ ਤੌਰ ਤੇ ਸੁਣਿਆ ਅਤੇ ਸਮਝਿਆ ਅਤੇ ਉਹਨਾਂ ਦੀ ਹਰ ਸਿੱਖਿਆ ਨੂੰ ਅਮਲ ਵਿੱਚ ਲਿਆਇਆ। ਆਓ ਅਸੀਂ ਯਹੂਨਾ ਅਧਿਆਇ 12 ਉੱਤੇ ਇੱਕ ਨਜ਼ਰ ਪਾਈਏ। ਯਹੂਨਾ ਅਧਿਆਇ 12 ਵਚਨ 28। ਹੇ ਪਿਤਾ, ਆਪਣੇ ਨਾਮ ਨੂੰ ਵਡਿਆਈ ਦੇ। ਤਦੋਂ ਇਹ ਸੁਰਗੀ ਬਾਣੀ ਆਈ ਜੋ ਮੈਂ ਉਹਨੂੰ ਵਡਿਆਈ ਦਿੱਤੀ ਹੈ ਔਰ ਫਿਰ ਵੀ ਦਿਆਂਗਾ। ਤਦ ਲੋਕਾਂ ਨੇ ਜਿਹੜੇ ਕੋਲ ਖਲੋਤੇ ਸਨ ਜਾਂ ਇਹ ਸੁਣਿਆ ਤਾਂ ਕਹਿਣ ਲੱਗੇ, ਜੋ ਬੱਦਲ ਗਰਜਿਆ ਹੈ। ਹੋਰਨਾਂ ਆਖਿਆ, ਦੂਤ ਨੇ ਇਹਦੇ ਨਾਲ ਗੱਲ ਕੀਤੀ ਹੈ। ਇੱਥੇ ਅਸੀਂ ਆਇਤ 28 ਤੋਂ ਇੱਕ ਮਹੱਤਵਪੂਰਨ ਸਬਕ ਸਿੱਖ ਸਕਦੇ ਹਾਂ। ਪਰਮੇਸ਼ਵਰ ਨੇ ਜੋ ਕਿਹਾ ਉਸ ਨੂੰ ਕਿਸ ਨੇ ਸੁਣਿਆ ਤੇ ਸਮਝਿਆ? ਰਸੂਲ ਯਹੂਨਾ ਨੇ ਆਵਾਜ਼ ਸੁਣੀ ਅਤੇ ਜੋ ਕੁਝ ਉਸਨੇ ਸੁਣਿਆ ਉਹ ਯਹੂਨਾ ਅਧਿਆਇ 12 ਵਚਨ 28 ਵਿੱਚ ਦਰਜ ਕੀਤਾ। ਦੂਜੇ ਪਾਸੇ ਜੋ ਲੋਕ ਯਹੂਨਾ ਦੇ ਨਾਲ ਸੀ ਅਤੇ ਉਹੀ ਆਵਾਜ਼ ਸੁਣੀ, ਕੁਝ ਨੇ ਕਿਹਾ ਕਿ ਬੱਦਲ ਗਰਜਿਆ ਅਤੇ ਹੋਰਾਂ ਨੇ ਕਿਹਾ ਇੱਕ ਦੂਤ ਉਸ ਨਾਲ ਬੋਲਿਆ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਹਰ ਕਿਸੇ ਨੇ ਵੱਖਰੀ ਵੱਖਰੀ ਆਵਾਜ਼ ਸੁਣੀ। ਭਰਾਵੋ ਅਤੇ ਭੈਣੋ, ਜਦੋਂ ਪਰਮੇਸ਼ਵਰ ਸਾਡੀ ਮੁਕਤੀ ਲਈ ਆਪਣੀਆਂ ਸਿੱਖਿਆਵਾਂ ਦਿੰਦੇ ਹਨ, ਤਦ ਜਿਨ੍ਹਾਂ ਲੋਕਾਂ ਕੋਲ ਸੁਣਨ ਲਈ ਕੰਨ ਹੁੰਦੇ ਹਨ ਅਤੇ ਉਹਨਾਂ ਦੇ ਸ਼ਬਦਾਂ ਨੂੰ ਸਹੀ ਤਰ੍ਹਾਂ ਸਮਝਦੇ ਹਨ, ਉਹ ਸੱਚਮੁੱਚ ਧੰਨ ਹਨ। ਰਸੂਲ ਯਹੂਨਾ ਨੇ ਪਰਮੇਸ਼ਵਰ ਦੀ ਆਵਾਜ਼ ਨੂੰ ਸਹੀ ਤਰ੍ਹਾਂ ਸੁਣਿਆ ਅਤੇ ਸਮਝਿਆ ਅਤੇ ਦਰਜ ਕੀਤਾ ਕਿ ਮੈਂ ਉਹਨੂੰ ਵਡਿਆਈ ਦਿੱਤੀ ਹੈ ਔਰ ਫਿਰ ਵੀ ਦਿਆਂਗਾ। ਇਸ ਯੁੱਗ ਵਿੱਚ ਕੁਝ ਪਰਮੇਸ਼ਵਰ ਦੇ ਵਚਨ ਨੂੰ ਸਹੀ ਤਰ੍ਹਾਂ ਸੁਣਦੇ ਅਤੇ ਸਮਝਦੇ ਹਨ ਅਤੇ ਮੁਕਤੀ ਦੇ ਮਾਰਗ ਵੱਲ ਦੌੜਦੇ ਹਨ, ਜਦਕਿ ਦੂਸਰੇ ਸਿਰਫ ਗਰਜਨ ਹੀ ਸੁਣਦੇ ਹਨ। ਜਿਨ੍ਹਾਂ ਨੇ ਨਹੀਂ ਸੁਣਿਆ ਉਹ ਉਹਨਾਂ ਦਾ ਵਚਨ ਕਿਵੇਂ ਨਿਭਾ ਸਕਦੇ ਹਨ? ਉਸ ਤੋਂ ਇਲਾਵਾ ਉਹ ਆਪਣੇ ਖੁਦ ਦੇ ਵਿਚਾਰਾਂ ਦੇ ਅਨੁਸਾਰ ਇੱਕ ਰਸਤਾ ਚੁਣਦੇ ਹਨ ਕਿ ਸਾਨੂੰ ਸਾਰਿਆਂ ਨੂੰ ਪਰਮੇਸ਼ਵਰ ਦੇ ਲੋਕ ਨਹੀਂ ਬਣਨਾ ਚਾਹੀਦਾ ਜੋ ਪਰਮੇਸ਼ਵਰ ਦੀ ਆਵਾਜ਼ ਸੁਣ ਸਕਦੇ ਹਨ। ਯੀਸ਼ੂ ਨੇ ਮਤੀ ਵਿੱਚ ਲਿਖੀ ਖੁਸ਼ਖਬਰੀ ਵਿੱਚ ਉਹਨਾਂ ਲੋਕਾਂ ਬਾਰੇ ਸਿਖਾਇਆ ਜੋ ਪਰਮੇਸ਼ਵਰ ਦੀ ਆਵਾਜ਼ ਸੁਣ ਸਕਦੇ ਹਨ। ਮਤੀ ਅਧਿਆਇ 13 ਵਚਨ 10। ਤਾਂ ਚੇਲਿਆਂ ਨੇ ਨੇੜੇ ਆਣ ਕੇ ਉਹਨੂੰ ਕਿਹਾ, ਤੂੰ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈ? ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ, ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਹੈ, ਕਿਉਂਕਿ ਜਿਹਦੇ ਕੋਲ ਹੈ ਉਹਨੂੰ ਦਿੱਤਾ ਜਾਵੇਗਾ ਅਤੇ ਉਹਦਾ ਵਾਅਦਾ ਹੋਵੇਗਾ, ਪਰ ਜਿਹਦੇ ਕੋਲ ਨਹੀਂ ਹੈ ਉਸ ਤੋਂ ਜੋ ਕੁਝ ਉਹਦੇ ਕੋਲ ਹੈ ਸੋ ਵੀ ਲੈ ਲਿਆ ਜਾਵੇਗਾ। ਮੈਂ ਇਸ ਲਈ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ ਕਿ ਉਹ ਵੇਖਦੇ ਹੋਏ ਨਹੀਂ ਵੇਖਦੇ ਅਤੇ ਸੁਣਦੇ ਹੋਏ ਕਿ ਉਹ ਸਮਝ ਸਕਦੇ ਹਨ। ਨਹੀਂ ਸੁਣਦੇ ਅਤੇ ਨਹੀਂ ਸਮਝਦੇ। ਉਹਨਾਂ ਉੱਤੇ ਯਸ਼ਾਇਆ ਦਾ ਇਹ ਅਗਮ ਵਾਕ ਪੂਰਾ ਹੋਇਆ ਕਿ ਤੁਸੀਂ ਕੰਨਾਂ ਨਾਲ ਸੁਣੋਗੇ
ਪਰ ਮੂਲੋਂ ਨਾ ਸਮਝੋਗੇ, ਅਤੇ ਵੇਖਦੇ ਹੋਏ ਵੇਖੋਗੇ ਪਰ ਮੂਲੋਂ ਬੁੱਝੋਗੇ ਨਾ। ਕਿਉਂ ਜੋ ਇਸ ਪ੍ਰਜਾ ਦਾ ਮਨ ਮੋਟਾ ਹੋ ਗਿਆ ਹੈ ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ। ਇਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ, ਮਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ। ਪਰ ਧੰਨ ਤੁਹਾਡੀਆਂ ਅੱਖੀਆਂ ਜੋ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਉਹ ਸੁਣਦੇ ਹਨ। ਇਹ ਤੱਤ ਕਿ ਸਾਡੇ ਕੰਨ ਸੁਣ ਸਕਦੇ ਹਨ ਸਵਰਗ ਤੋਂ ਇੱਕ ਵੱਡੀ ਆਸ਼ੀਸ਼ ਹੈ। ਸਾਨੂੰ ਕਿਸ ਦੀ ਆਵਾਜ਼ ਸੁਣਨੀ ਚਾਹੀਦੀ ਹੈ? ਪਰਮੇਸ਼ਵਰ ਦੀ ਆਵਾਜ਼। ਸਾਨੂੰ ਪਰਮੇਸ਼ਵਰ ਦੀਆਂ ਉਹਨਾਂ ਸਾਰੀਆਂ ਸਿੱਖਿਆਵਾਂ ਨੂੰ ਸਪਸ਼ਟ ਤੌਰ ਤੇ ਸੁਣਨਾ ਚਾਹੀਦਾ ਹੈ ਜੋ ਸਾਨੂੰ ਸਦੀਪਕ ਜੀਵਨ ਅਤੇ ਸਵਰਗ ਦੇ ਰਾਜ ਵੱਲ ਲੈ ਕੇ ਜਾਂਦੀਆਂ ਹਨ, ਅਤੇ ਉਹਨਾਂ ਨੂੰ ਆਪਣੇ ਦਿਲਾਂ ਵਿੱਚ ਸਵੀਕਾਰ ਕਰਨਾ ਚਾਹੀਦਾ ਹੈ। ਭਾਵੇਂ ਅਸੀਂ ਸੈਂਕੜੇ ਵਾਰ ਬਾਈਬਲ ਪੜ੍ਹਦੇ ਹਾਂ, ਪਰ ਜੇ ਅਸੀਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਨਹੀਂ ਲੱਭ ਸਕਦੇ ਤਦ ਸਾਡੇ ਵਿਸ਼ਵਾਸ ਦੀ ਬੁਨਿਆਦ ਗਾਇਬ ਹੈ। ਪਰਮੇਸ਼ਵਰ ਨੇ ਕਿਹਾ, ਧੰਨ ਹਨ ਤੁਹਾਡੇ ਕੰਨ ਕਿਉਂ ਜੋ ਉਹ ਸੁਣਦੇ ਹਨ। ਭਾਵੇਂ ਹੀ ਲੋਕਾਂ ਨੂੰ ਸਿਰਫ ਗਰਜ ਅਤੇ ਬਿਜਲੀ ਦੀ ਆਵਾਜ਼ ਸੁਣੀ, ਪਰ ਯਹੂਨਾ ਨੇ ਪਰਮੇਸ਼ਵਰ ਦੀ ਆਵਾਜ਼ ਨੂੰ ਸਹੀ ਤਰ੍ਹਾਂ ਸੁਣਿਆ, ਜਿਨ੍ਹਾਂ ਨੇ ਕਿਹਾ, ਮੈਂ ਉਹਨੂੰ ਵਡਿਆਈ ਦਿੱਤੀ ਹੈ ਔਰ ਫਿਰ ਵੀ ਦਿਆਂਗਾ, ਅਤੇ ਬਾਈਬਲ ਵਿੱਚ ਇਸ ਨੂੰ ਦਰਜ ਕੀਤਾ। ਸਾਨੂੰ ਰਸੂਲ ਯਹੂਨਾ ਵਾਂਗੂ ਬਣਨਾ ਚਾਹੀਦਾ ਹੈ, ਸਿਰਫ ਉਸ ਵੇਲੇ ਜਦੋਂ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸਪਸ਼ਟ ਤੌਰ ਤੇ ਸੁਣੀਏ ਅਤੇ ਸਮਝੀਏ, ਫਿਰ ਹੀ ਅਸੀਂ ਪਰਮੇਸ਼ਵਰ ਦੀਆਂ ਭੇਡਾਂ, ਪਰਮੇਸ਼ਵਰ ਦੇ ਲੋਕ ਅਤੇ ਪਰਮੇਸ਼ਵਰ ਦੀ ਸੰਤਾਨ ਬਣ ਸਕਦੇ ਹਾਂ। ਆਓ ਅਸੀਂ ਯਹੂਨਾ ਅਧਿਆਇ 10 ਤੇ ਜਾਈਏ। ਯਹੂਨਾ ਅਧਿਆਇ 10 ਵਚਨ 25। ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤਾਂ ਤੁਹਾਨੂੰ ਦੱਸਿਆ, ਪਰ ਤੁਸੀਂ ਪ੍ਰਤੀਤ ਨਹੀਂ ਕਰਦੇ। ਜਿਹੜੇ ਕੰਮ ਮੈਂ ਆਪਣੇ ਪਿਤਾ ਦੇ ਨਾਮ ਤੇ ਕਰਦਾ ਹਾਂ ਉਹ ਮੇਰੇ ਉੱਤੇ ਸਾਖੀ ਦਿੰਦੇ ਹਨ, ਪਰ ਤੁਸੀਂ ਪ੍ਰਤੀਤ ਨਹੀਂ ਕਰਦੇ ਕਿਉਂ ਜੋ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਇਹ ਕਹਿੰਦਾ ਹੈ, ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ। ਉਹ ਨਾ ਸਿਰਫ ਪਰਮੇਸ਼ਵਰ ਦੀ ਆਵਾਜ਼ ਸੁਣਦੀਆਂ ਹਨ ਬਲਕਿ ਇਸ ਨੂੰ ਸਮਝਦੀਆਂ ਹਨ ਅਤੇ ਇਸ ਨੂੰ ਪੂਰਾ ਕਰਦੀਆਂ ਹਨ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ ਔਰ ਮੈਂ ਉਹਨਾਂ ਨੂੰ ਸਿਆਣਦਾ ਹਾਂ, ਅਤੇ ਉਹ ਕੀ ਕਰਦੀਆਂ ਹਨ? ਉਹ ਮੇਰੇ ਮਗਰ ਲੱਗੀਆਂ ਆਉਂਦੀਆਂ ਹਨ, ਕਿਉਂਕਿ ਉਹ ਪਰਮੇਸ਼ਵਰ ਦੀ ਆਵਾਜ਼ ਨੂੰ ਸਹੀ ਤਰ੍ਹਾਂ ਨਾਲ ਸੁਣਦੀਆਂ ਅਤੇ ਸਮਝਦੀਆਂ ਹਨ। ਇਸ ਲਈ ਜਦੋਂ ਉਹ ਕਹਿੰਦੇ ਹਨ ਚਲੋ, ਫਿਰ ਉਹ ਉਸ ਦੇ ਪਿੱਛੇ ਪਿੱਛੇ ਚੱਲਦੀਆਂ ਹਨ। ਜਦੋਂ ਪਰਮੇਸ਼ਵਰ ਕਹਿੰਦੇ ਹਨ ਕਿ ਇੱਕ ਪਲ ਲਈ ਆਰਾਮ ਕਰੋ, ਉਹ ਉਸੇ ਤਰ੍ਹਾਂ ਕਰਦੀਆਂ ਹਨ। ਜਦੋਂ ਪਰਮੇਸ਼ਵਰ ਉਹਨਾਂ ਨੂੰ ਹਰੇ ਚਰਾਈਆਂ ਵਿੱਚ ਲਿਆਉਂਦੇ ਹਨ ਅਤੇ ਕਹਿੰਦੇ ਹਨ ਜੀ ਭਰ ਕੇ ਖਾਓ, ਫਿਰ ਉਹ ਆਪਣੇ ਅਯਾਲੀ ਦੀ ਆਵਾਜ਼ ਦੀ ਪਾਲਣਾ ਕਰਕੇ ਕਾਂ ਨੂੰ ਖੁੱਲ੍ਹ ਕੇ ਚਰਦੀਆਂ ਹਨ। ਇਸ ਤਰ੍ਹਾਂ ਪਰਮੇਸ਼ਵਰ ਦੀਆਂ ਭੇਡਾਂ ਉਹਨਾਂ ਦੀ ਆਵਾਜ਼ ਸੁਣਦੀਆਂ ਹਨ। ਆਓ ਅਸੀਂ ਦੂਜਾ ਯਹੂਨਾ ਅਧਿਆਇ 1 ਵਚਨ 8 ਤੇ ਜਾਈਏ। ਚੌਕਸ ਰਹੋ ਭਾਈ, ਜਿਹੜੇ ਕੰਮ ਅਸਾਂ ਕੀਤੇ ਸੋ ਤੁਸੀਂ ਨਾ ਵਿਗਾੜੋ, ਸਗੋਂ ਪੂਰਾ ਫਲ ਪ੍ਰਾਪਤ ਕਰੋ। ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ, ਕੌਣ ਨਹੀਂ ਹੈ? ਪਰਮੇਸ਼ਵਰ ਉਹਦੇ ਕੋਲ ਨਹੀਂ ਹੈ। ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ, ਪਰਮੇਸ਼ਵਰ ਉਹਦੇ ਕੋਲ ਨਹੀਂ ਹੈ। ਇਹਨਾਂ ਦਿਨਾਂ ਵਿੱਚ ਲੋਕ ਗਲਤੀ ਨਾਲ ਸੋਚਦੇ ਹਨ ਕਿ ਐਤਵਾਰ ਸਬਤ ਦਾ ਦਿਨ ਹੈ ਅਤੇ ਨਵਾਂ ਨੇਮ ਪਸਾ ਹੈ ਜੋ ਯੀਸ਼ੂ ਮਸੀਹ ਨੇ ਸਾਨੂੰ ਬਚਾਉਣ ਲਈ ਸਥਾਪਿਤ ਕੀਤਾ ਸੀ। ਇਹ ਕਿਸ ਤਰ੍ਹਾਂ ਦੀ ਵਿਵਸਥਾ ਦੇ ਰੂਪ ਵਿੱਚ ਮੰਨਦੇ ਹਨ ਜਿਸ ਨੂੰ ਮਿਟਾ ਦਿੱਤਾ ਗਿਆ ਸੀ। ਉਹ ਪਰਮੇਸ਼ਵਰ ਦੇ ਵਚਨ ਦੀ ਉਲਟ ਦਿਸ਼ਾ ਵਿੱਚ ਜਾ ਰਹੇ ਹਨ। ਜਦੋਂ ਪਰਮੇਸ਼ਵਰ ਕਹਿੰਦੇ ਹਨ ਇਸ ਨੂੰ ਮਨਾਓ, ਉਹ ਦਾਅਵਾ ਕਰਦੇ ਹਨ ਇਹ ਮਿਟਾਇਆ ਗਿਆ ਹੈ। ਜਦੋਂ ਪਰਮੇਸ਼ਵਰ ਸਿਖਾਉਂਦੇ ਹਨ ਕਿ ਇਹ ਜ਼ਰੂਰੀ ਨਹੀਂ ਹੈ, ਤਦ ਉਹ ਜ਼ੋਰ ਦਿੰਦੇ ਹਨ ਇਹ ਜ਼ਰੂਰੀ ਹੈ। ਇਸ ਕਾਰਨ ਪਰਮੇਸ਼ਵਰ ਨੇ ਕਿਹਾ, ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ, ਪਰਮੇਸ਼ਵਰ ਉਹਦੇ ਕੋਲ ਨਹੀਂ ਹੈ। ਜਿਹੜਾ ਉਸ ਸਿੱਖਿਆ ਉੱਤੇ ਕਾਇਮ ਰਹਿੰਦਾ ਹੈ, ਉਹਦੇ ਕੋਲ ਪਿਤਾ ਅਤੇ ਪੁੱਤਰ ਵੀ ਹਨ। ਫਿਰ ਪਰਮੇਸ਼ਵਰ ਨੇ ਸਾਨੂੰ ਕੀ ਸਿਖਾਇਆ? 2000 ਸਾਲ ਪਹਿਲਾਂ ਪਰਮੇਸ਼ਵਰ ਧਰਤੀ ਤੇ ਆਏ ਸੀ, ਤਦ ਉਹਨਾਂ ਨੇ ਸਾਨੂੰ ਸਬਤ, ਪਸਾ, ਨਵਾਂ ਨਾਮ, ਸਵਰਗੀ ਮਾਤਾ ਨਵੀ ਯਰੂਸ਼ਲਮ ਜੀ ਅਤੇ ਨਾਲ ਹੀ 3 ਵਾਰ ਵਿੱਚ 7 ਪਰਮਾਂ ਦੀ ਸਿੱਖਿਆ ਦਿੱਤੀ ਕਿ ਖੁਦ ਪਰਮੇਸ਼ਵਰ ਨੇ ਉਹਨਾਂ ਨੂੰ ਅਭਿਆਸ ਵਿੱਚ ਲਿਆ ਕੇ ਇੱਕ ਨਮੂਨਾ ਸਥਾਪਿਤ ਨਹੀਂ ਕੀਤਾ ਹੈ। ਪਰਮੇਸ਼ਵਰ ਦੇ ਲੋਕ ਇਹਨਾਂ ਸਿੱਖਿਆਵਾਂ ਨੂੰ ਸਮਝਣ ਦੇ ਯੋਗ ਹਨ। ਜਦੋਂ ਪਰਮੇਸ਼ਵਰ ਉਹਨਾਂ ਨੂੰ ਪਸਾ ਦੀ ਤਿਆਰੀ ਕਰਨ ਲਈ ਕਹਿੰਦੇ ਹਨ, ਤਦ ਉਹ ਸਮਝਾਉਂਦੇ ਹਨ ਕਿ ਪਸਾ ਉਹ ਸੱਚ ਹੈ ਜੋ ਉਹਨਾਂ ਨੂੰ ਮਨਾਉਣਾ ਚਾਹੀਦਾ ਹੈ। ਬਾਈਬਲ ਦੇ ਦ੍ਰਿਸ਼ ਨੂੰ ਵੇਖਦੇ ਹੋਏ, ਜਿੱਥੇ ਯੀਸ਼ੂ ਮਸੀਹ ਆਪਣੀ ਦਸਤੂਰ ਦੇ ਅਨੁਸਾਰ ਸਬਤ ਦੇ ਦਿਨ ਸਮਾਜ ਵਿੱਚ ਬਾਈਬਲ ਤੋਂ ਸਿੱਖਿਆ ਦੇ ਰਹੇ ਸੀ, ਤਦ ਪਰਮੇਸ਼ਵਰ ਦੇ ਲੋਕ ਪਹਿਲਾਂ ਤੋਂ ਹੀ ਸਮਝਦੇ ਹਨ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਉਹ ਸਮਝਦੇ ਹਨ
ਯੀਸ਼ੂ ਮਸੀਹ ਨੇ ਸਾਨੂੰ ਇਸ ਤਰ੍ਹਾਂ ਦੀਆਂ ਸਿੱਖਿਆਵਾਂ ਕਿਉਂ ਦਿੱਤੀਆਂ ਅਤੇ ਕਿਉਂ ਉਹਨਾਂ ਨੇ ਇਸ ਤਰ੍ਹਾਂ ਕੀਤਾ? ਭਾਵੇਂ ਬਪਤਿਸਮਾ ਉਹਨਾਂ ਪਾਪੀਆਂ ਲਈ ਹੈ ਜਿਨ੍ਹਾਂ ਨੂੰ ਪਾਪਾਂ ਦੀ ਮਾਫੀ ਦੀ ਲੋੜ ਹੈ, ਪਰ ਯੀਸ਼ੂ ਮਸੀਹ ਨੂੰ ਯਹੂਨਾ ਦੁਆਰਾ ਬਪਤਿਸਮਾ ਦਿੱਤਾ ਗਿਆ ਸੀ। ਕੀ ਇਹ ਇਸ ਲਈ ਸੀ ਕਿਉਂਕਿ ਉਹ ਪਾਪੀ ਸੀ? ਬਿਲਕੁਲ ਨਹੀਂ। ਫਿਰ ਕਿਉਂ ਉਹਨਾਂ ਨੇ ਬਪਤਿਸਮਾ ਲਿਆ? ਯਹੂਨਾ ਅਧਿਆਇ 13 ਵਚਨ 15 ਵਿੱਚ ਇਹ ਲਿਖਿਆ ਹੈ, ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ, ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਵੀ ਤਿਵੇਂ ਹੀ ਕਰੋ। ਸਾਡੇ ਬਪਤਿਸਮੇ ਦੇ ਪਲ ਤੋਂ ਲੈ ਕੇ ਹੁਣ ਤੱਕ ਅਸੀਂ ਮਸੀਹ ਦੁਆਰਾ ਦਿੱਤੇ ਗਏ ਨਮੂਨੇ ਅਨੁਸਾਰ ਸਭ ਕੁਝ ਪਾਲਨ ਕਰ ਰਹੇ ਹਾਂ। ਪਰਮੇਸ਼ੁਰ ਦੀਆਂ ਭੇਡਾਂ ਤੁਰੰਤ ਪਛਾਣ ਸਕਦੀਆਂ ਹਨ ਕਿਉਂਕਿ ਉਹ ਪਰਮੇਸ਼ੁਰ ਦੀ ਆਵਾਜ਼ ਸੁਣਦੀਆਂ ਹਨ। ਇਸ ਲਈ ਉਹ ਜਲਦੀ ਸਮਝਣ ਦੇ ਯੋਗ ਹਨ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਜੇ ਪਰਮੇਸ਼ੁਰ ਸਾਨੂੰ ਸਿਖਾਉਂਦੇ ਹਨ ਝੂਠੇ ਨਬੀਆਂ ਤੋਂ ਸੁਚੇਤ ਰਹੋ, ਇਸ ਲਈ ਸਾਨੂੰ ਸੱਚੇ ਨਬੀਆਂ ਅਤੇ ਝੂਠੇ ਨਬੀਆਂ ਦੇ ਵਿਚਕਾਰ ਫਰਕ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਉਹਨਾਂ ਦੀਆਂ ਸਿੱਖਿਆਵਾਂ ਦੇ ਅਨੁਸਾਰ ਝੂਠੇ ਨਬੀ ਕੌਣ ਹਨ? ਉਹ ਕੌਣ ਹਨ ਜੋ ਮਸੀਹ ਦੀਆਂ ਸਿੱਖਿਆਵਾਂ ਤੇ ਕਾਇਮ ਨਹੀਂ ਰਹਿੰਦੇ? ਪਰਮੇਸ਼ੁਰ ਨੇ ਕਿਹਾ ਸਬਤ ਮਨਾਓ, ਪਰ ਉਹ ਐਤਵਾਰ ਦੀ ਆਰਾਧਨਾ ਕਰਦੇ ਹਨ। ਪਰਮੇਸ਼ੁਰ ਨੇ ਕਿਹਾ ਪਸਾ ਮਨਾਓ, ਪਰ ਉਹ ਕ੍ਰਿਸਮਸ ਮਨਾਉਂਦੇ ਹਨ। ਪਰਮੇਸ਼ੁਰ ਨੇ ਕਿਹਾ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਤੇ ਬਪਤਿਸਮਾ ਲਓ। ਇਸ ਦਾ ਅਰਥ ਹੈ ਕਿ ਪਵਿੱਤਰ ਆਤਮਾ ਦਾ ਇੱਕ ਨਾਮ ਹੈ, ਪਰ ਉਹ ਪਵਿੱਤਰ ਆਤਮਾ ਦੇ ਨਾਮ ਤੋਂ ਇਨਕਾਰ ਕਰਦੇ ਹਨ। ਪਰਮੇਸ਼ੁਰ ਨੇ ਕਿਹਾ ਆਤਮਾ ਤੇ ਲਾੜੀ ਕੋਲ ਆਓ ਜੋ ਮਨੁੱਖ ਜਾਤੀ ਨੂੰ ਜੀਵਨ ਦਾ ਜਲ ਦਿੰਦੇ ਹਨ, ਪਰ ਉਹ ਦਾਅਵਾ ਕਰਦੇ ਹਨ ਕਿ ਕੋਈ ਲਾੜੀ ਨਹੀਂ ਹੈ। ਇਹ ਸਪਸ਼ਟ ਹੈ ਕਿ ਉਹ ਪਰਮੇਸ਼ੁਰ ਦੀ ਆਵਾਜ਼ ਨੂੰ ਬਿਲਕੁਲ ਨਹੀਂ ਸੁਣ ਸਕਦੇ। ਉਹ ਪਰਮੇਸ਼ੁਰ ਦੇ ਵਚਨ ਨੂੰ ਹਲਕੇ ਤਰੀਕੇ ਨਾਲ ਲੈਂਦੇ ਹਨ ਜਿਵੇਂ ਕਿ ਇਹ ਗਰਜ ਦੀ ਆਵਾਜ਼ ਹੋਵੇ। ਇਸ ਲਈ ਉਹ ਮੁਕਤੀ ਦਾ ਰਸਤਾ ਵੇਖਣ ਦੇ ਯੋਗ ਨਹੀਂ ਹਨ। ਹਾਲਾਂਕਿ ਤੁਹਾਨੂੰ ਅਤੇ ਮੈਨੂੰ ਪਰਮੇਸ਼ੁਰ ਦੀ ਆਵਾਜ਼ ਨੂੰ ਸਹੀ ਤਰ੍ਹਾਂ ਨਾਲ ਸੁਣਨਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੀ ਇੱਛਾ ਅਨੁਸਾਰ ਜਿਉਣਾ ਚਾਹੀਦਾ ਹੈ। ਆਓ ਅਸੀਂ ਮੀਕਾ ਅਧਿਆਇ 4 ਵਿੱਚ ਜਾਈਏ। ਮੀਕਾ ਦੀ ਕਿਤਾਬ ਵਿੱਚ ਭਵਿੱਖਬਾਣੀ ਨੂੰ ਧਿਆਨ ਨਾਲ ਵੇਖਦੇ ਹਾਂ ਅਸੀਂ ਜਾਣ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਲੋਕ ਮਸੀਹ ਦੀ ਸਿੱਖਿਆ ਵਿੱਚ ਬਣੇ ਰਹਿੰਦੇ ਹਨ। ਮੀਕਾ ਅਧਿਆਇ 4 ਵਚਨ 1, ਆਖਰੀ ਦਿਨਾਂ ਵਿੱਚ ਇਹ ਹੋਵੇਗਾ ਕਿ ਯਹੋਵਾ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ ਅਤੇ ਉਮਤਾਂ ਉਸ ਦੇ ਵੱਲ ਵਗਣਗੀਆਂ। ਬਹੁਤੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ ਆਓ ਅਸੀਂ ਯਹੋਵਾ ਦੇ ਪਰਬਤ ਉੱਤੇ ਯਾਕੂਬ ਦੇ ਪਰਮੇਸ਼ੁਰ ਦੇ ਭਵਨ ਨੂੰ ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ ਅਤੇ ਅਸੀਂ ਉਹਦੇ ਮਾਰਗਾਂ ਵਿੱਚ ਚੱਲੀਏ। ਕਿਉਂ ਜੋ ਵਿਵਸਥਾ ਸਿਯੋਨ ਤੋਂ ਨਿਕਲੇਗੀ ਅਤੇ ਯਹੋਵਾ ਦਾ ਬਚਨ ਯਰੂਸ਼ਲਮ ਤੋਂ। ਸਾਨੂੰ ਆਪਣੇ ਕੰਨ ਉਹਨਾਂ ਸਿੱਖਿਆਵਾਂ ਉੱਤੇ ਲਗਾਉਣੇ ਚਾਹੀਦੇ ਹਨ ਜੋ ਉਹ ਆਖਰੀ ਦਿਨਾਂ ਵਿੱਚ ਸਾਨੂੰ ਸਿਖਾਉਂਦੇ ਹਨ। ਪਰਮੇਸ਼ੁਰ ਨੇ ਸਾਨੂੰ ਸਪਸ਼ਟ ਰੂਪ ਨਾਲ ਜਾਣਨ ਦਿੱਤਾ ਕਿ ਉਹ ਇਹ ਕੰਮ ਪਿਤਾ ਜਾਂ ਪੁੱਤਰ ਦੇ ਯੁੱਗ ਵਿੱਚ ਨਹੀਂ ਹੈ, ਪਰ ਇਸ ਅੰਤਮ ਯੁੱਗ ਵਿੱਚ ਕਰਨਗੇ ਜੋ ਪਵਿੱਤਰ ਆਤਮਾ ਦਾ ਯੁੱਗ ਹੈ। ਹੁਣ ਅਸੀਂ ਨਵੇਂ ਨੇਮ ਦਾ ਸਬਤ, ਬਪਤਿਸਮਾ ਅਤੇ ਓੜਨੀ ਦਾ ਨੇਮ ਮਨਾ ਰਹੇ ਹਾਂ। ਇਹ ਸਿੱਖਿਆਵਾਂ ਹਨ ਜੋ ਪਰਮੇਸ਼ੁਰ ਨੇ ਸਾਨੂੰ ਇਸ ਪਵਿੱਤਰ ਆਤਮਾ ਦੇ ਯੁੱਗ ਵਿੱਚ ਪ੍ਰਦਾਨ ਕੀਤੀਆਂ ਹਨ। ਹਾਲਾਂਕਿ ਬਹੁਤ ਸਾਰੀਆਂ ਤਰਸਯੋਗ ਆਤਮਾਵਾਂ ਹਨ ਜਿਨ੍ਹਾਂ ਨੇ ਹੁਣ ਤੱਕ ਇਹਨਾਂ ਸਿੱਖਿਆਵਾਂ ਵੱਲ ਆਪਣਾ ਕੰਨ ਨਹੀਂ ਲਗਾਇਆ ਹੈ। ਪਵਿੱਤਰ ਆਤਮਾ ਦੇ ਯੁੱਗ ਵਿੱਚ ਸਭ ਤੋਂ ਮਹੱਤਵਪੂਰਨ ਸਿੱਖਿਆ ਜਿਸ ਤੇ ਸਾਨੂੰ ਆਪਣਾ ਧਿਆਨ ਦੇਣ ਦੀ ਜ਼ਰੂਰਤ ਹੈ ਉਹ ਆਤਮਾ ਅਤੇ ਲਾੜੀ ਹਨ। ਪਿਤਾ ਪਰਮੇਸ਼ੁਰ ਅਤੇ ਮਾਤਾ ਪਰਮੇਸ਼ੁਰ ਬਾਰੇ ਸਮਝੇ ਬਿਨਾਂ ਬਾਈਬਲ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕਰਨ ਤੇ ਸਿਰਫ ਵੱਡੀ ਉਲਝਣ ਪੈਦਾ ਹੋਵੇਗੀ। ਪਿਤਾ ਜੀ ਨੇ ਆਪਣੀਆਂ ਸੱਚਾਈ ਦੀਆਂ ਕਿਤਾਬਾਂ ਵਿੱਚ ਲਿਖਿਆ ਹੈ ਆਖਰੀ ਦਿਨਾਂ ਵਿੱਚ ਆਤਮਾ ਅਤੇ ਲਾੜੀ ਪ੍ਰਗਟ ਹੋਣਗੇ ਅਤੇ ਸੱਚਾਈ ਵਿੱਚ ਉਹ ਗੈਰ ਜਾਤੀਆਂ ਨੂੰ ਇਕੱਠੇ ਕਰਨਗੇ ਜਿਹੜੇ ਪਰਮੇਸ਼ੁਰ ਤੇ ਵਿਸ਼ਵਾਸ ਨਹੀਂ ਕਰਦੇ ਸੀ ਅਤੇ ਸਦੀਪਕ ਸਵਰਗ ਦੇ ਰਾਜ ਵੱਲ ਉਹਨਾਂ ਦੀ ਅਗਵਾਈ ਕਰਨਗੇ। ਇਸ ਦੇ ਬਾਰੇ ਨਬੀ ਮੀਕਾ ਨੇ ਲਿਖਿਆ, ਉਹ ਸਾਨੂੰ ਆਪਣਾ ਰਾਹ ਸਿਖਾਵੇਗਾ। ਫਿਰ ਜਦੋਂ ਪਿਤਾ ਜੀ ਇਸ ਧਰਤੀ ਤੇ ਆਏ ਤਦ ਉਹਨਾਂ ਨੇ ਸਾਨੂੰ ਆਤਮਾ ਤੇ ਲਾੜੀ ਬਾਰੇ ਕੀ ਸਿਖਾਇਆ? ਆਓ ਅਸੀਂ ਉਤਪਤ ਅਧਿਆਇ 1 ਤੋਂ ਉਹਨਾਂ ਦੀ ਆਵਾਜ਼ ਸੁਣੀਏ। ਅੱਜ ਕੱਲ ਬਹੁਤ ਸਾਰੇ ਚਰਚ ਦਾਅਵਾ ਕਰਦੇ ਹਨ ਪਰਮੇਸ਼ੁਰ ਜਿਹੜਾ ਮਨੁੱਖ ਜਾਤੀ ਨੂੰ ਬਚਾਵੇਗਾ ਸਿਰਫ ਇੱਕੋ ਹੀ ਹੈ, ਪਰ ਉਤਪਤ ਦੀ ਕਿਤਾਬ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਇੱਕ ਨਹੀਂ ਬਲਕਿ ਦੋ ਪਰਮੇਸ਼ੁਰ ਹਨ। ਸਾਨੂੰ ਇਸ ਸਿੱਖਿਆ ਦੁਆਰਾ ਸਪਸ਼ਟ ਰੂਪ ਨਾਲ ਉਹਨਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਆਓ ਅਸੀਂ ਉਤਪਤ ਅਧਿਆਇ 1 ਵਚਨ 26 ਦੇਖੀਏ। ਤਾਂ ਪਰਮੇਸ਼ੁਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ। ਇਸ ਦਾ ਅਰਥ ਇਹ ਹੈ ਕਿ ਮਨੁੱਖ ਜਾਤੀ ਬਣਾਉਣ ਵਾਲੇ ਪਰਮੇਸ਼ੁਰ ਕਦੇ ਵੀ ਇੱਕ ਨਹੀਂ ਹੋ ਸਕਦੇ
ਜਿਸ ਤਰ੍ਹਾਂ ਯਹੂਨਾ ਨੇ ਪਰਮੇਸ਼ਵਰ ਦੀ ਆਵਾਜ਼ ਨੂੰ ਸਹੀ ਸੁਣਿਆ ਤੇ ਰਿਕਾਰਡ ਕੀਤਾ, ਮੈਂ ਉਸ ਦੀ ਵਡਿਆਈ ਕੀਤੀ ਹੈ ਅਤੇ ਮੈਂ ਫਿਰ ਵੀ ਕਰਾਂਗਾ। ਉਸੇ ਤਰ੍ਹਾਂ ਹੁਣ ਅਸੀਂ ਪਰਮੇਸ਼ਵਰ ਦੇ ਸਾਰੇ ਸੱਚ ਨੂੰ ਸਮਝਣ ਦੇ ਯੋਗ ਹਨ। ਆਓ ਅਸੀਂ ਫਿਰ ਤੋਂ ਆਇਤ 26 ਦੇਖੀਏ। ਤਾਂ ਪਰਮੇਸ਼ਵਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੀਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ, ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਪੁਰ ਸਾਰੇ ਕਿਸਲਣ ਵਾਲੇ ਉੱਤੇ ਰਾਜ ਕਰਨ। ਸੋ ਪਰਮੇਸ਼ਵਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ਵਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ, ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ। ਜਦ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸਰੂਪ ਦੇ ਅਨੁਸਾਰ ਬਣਾਇਆ, ਫਿਰ ਨਰ ਅਤੇ ਨਾਰੀ ਬਣਾਏ ਗਏ। ਫਿਰ ਕੀ ਇਹ ਸਪਸ਼ਟ ਨਹੀਂ ਹੈ ਕਿ ਨਰ ਸਰੂਪ ਦੇ ਪਰਮੇਸ਼ਵਰ ਦੀ ਮੌਜੂਦਗੀ ਹੋਣੀ ਚਾਹੀਦੀ ਹੈ ਜੋ ਪਿਤਾ ਪਰਮੇਸ਼ਵਰ ਹਨ, ਅਤੇ ਨਾਰੀ ਸਰੂਪ ਦੀ ਪਰਮੇਸ਼ਵਰ ਹੋਣੀ ਚਾਹੀਦੀ ਹੈ ਜੋ ਮਾਤਾ ਪਰਮੇਸ਼ਵਰ ਹਨ? ਕੀ ਦੋ ਲੋਕ ਕਹਿ ਸਕਦੇ ਹਨ ਮੈਂ? ਇਸ ਲਈ ਉਹਨਾਂ ਨੇ ਕਿਹਾ ਅਸੀਂ ਮਨੁੱਖ ਨੂੰ ਬਣਾਈਏ। ਅਸਲ ਵਿੱਚ ਉਹ ਬਹੁਵਚਨ ਹੈ। ਸਾਡੇ ਕੋਲ ਨਾ ਸਿਰਫ ਪਿਤਾ ਪਰਮੇਸ਼ਵਰ ਹਨ ਬਲਕਿ ਮਾਤਾ ਪਰਮੇਸ਼ਵਰ ਵੀ ਹਨ। ਇਸੇ ਕਰਕੇ ਯੀਸ਼ੂ ਨੇ ਪ੍ਰਾਰਥਨਾ ਕਰਨ ਲਈ ਕਿਹਾ, ਸਾਡਾ ਪਿਤਾ ਜੋ ਸਵਰਗ ਵਿੱਚ ਹੈ। ਗਲਾਤੀਆਂ ਅਧਿਆਇ 4 ਵਚਨ 26 ਵਿੱਚ ਲਿਖਿਆ ਗਿਆ ਹੈ, ਯਰੂਸ਼ਲਮ ਜੋ ਉਤਾਂਹ ਹੈ ਉਹ ਆਜ਼ਾਦ ਹੈ ਅਤੇ ਉਹ ਸਾਡੀ ਮਾਤਾ ਹੈ, ਜਿਸ ਦਾ ਅਰਥ ਹੈ ਕਿ ਮਾਤਾ ਪਰਮੇਸ਼ਵਰ ਦੀ ਵੀ ਮੌਜੂਦਗੀ ਹੈ। ਅਸਲ ਇਬਰਾਨੀ ਲਿਖਤ ਵਿੱਚ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਜੀ ਨੂੰ ਐਲੋਹਿਮ ਦੇ ਰੂਪ ਵਿੱਚ ਦੱਸਿਆ ਗਿਆ ਹੈ। ਐਲੋਹਿਮ ਇੱਕ ਇਬਰਾਨੀ ਸ਼ਬਦ ਹੈ ਜਿਸ ਦਾ ਅਰਥ ਹੈ ਇੱਕ ਤੋਂ ਵੱਧ ਪਰਮੇਸ਼ਵਰ। ਫਿਰ ਇਬਰਾਨੀ ਭਾਸ਼ਾ ਵਿੱਚ ਪਰਮੇਸ਼ਵਰ ਸ਼ਬਦ ਦਾ ਇੱਕ ਵਚਨ ਕੀ ਹੈ? ਉਹ ਐਲ ਜਾਂ ਐਲੋਹਾ ਹੈ। ਫਿਰ ਵੀ ਬਾਈਬਲ ਵਿੱਚ ਐਲੋਹਿਮ ਦਾ ਜ਼ਿਕਰ 2500 ਤੋਂ ਵੱਧ ਵਾਰ ਕੀਤਾ ਗਿਆ ਹੈ। ਜਦੋਂ ਐਲੋਹਾ ਸ਼ਬਦ ਨਾਲ ਹਿਮ ਜੁੜਿਆ ਹੋਇਆ ਹੈ ਤਦ ਇਸ ਦਾ ਮਤਲਬ ਇੱਕ ਤੋਂ ਵੱਧ ਪਰਮੇਸ਼ਵਰ ਹਨ। ਤੁਸੀਂ ਇੱਕ ਵਚਨ ਸ਼ਬਦ ਤੋਂ ਬਾਅਦ ਹਿਮ ਲਗਾ ਕੇ ਸ਼ਬਦ ਨੂੰ ਬਹੁਵਚਨ ਬਣਾ ਸਕਦੇ ਹੋ। ਅੰਗਰੇਜ਼ੀ ਵਿੱਚ ਇਸ ਤਰ੍ਹਾਂ ਹੀ ਹੈ। ਇੱਕ ਵਚਨ ਸ਼ਬਦ ਦੇ ਆਖਰ ਵਿੱਚ ਇੱਕ ਐਸ ਲਗਾ ਕੇ ਬਹੁਵਚਨ ਬਣ ਸਕਦੀ ਹੈ। ਜਦੋਂ ਵੀ ਬਾਈਬਲ ਵਿੱਚ ਵਾਕ ਪਰਮੇਸ਼ਵਰ ਨੇ ਕਿਹਾ ਜ਼ਿਕਰ ਕੀਤਾ ਗਿਆ ਸੀ ਤਦ ਮੂਲ ਇਬਰਾਨੀ ਲਿਖਤ ਵਿੱਚ ਐਲੋਹਿਮ ਸ਼ਬਦ ਵਰਤਿਆ ਗਿਆ ਸੀ। ਫਿਰ ਆਓ ਅਸੀਂ ਉਤਪਤ ਅਧਿਆਇ 11 ਵਿੱਚ ਫਿਰ ਤੋਂ ਇਸ ਦੀ ਪੁਸ਼ਟੀ ਕਰੀਏ। ਉਤਪਤ ਅਧਿਆਇ 11 ਵਚਨ 1, ਸਾਰੀ ਧਰਤੀ ਉੱਤੇ ਇੱਕੋ ਹੀ ਬੋਲੀ ਔਰ ਇੱਕੋ ਹੀ ਭਾਸ਼ਾ ਸੀ, ਤੇ ਇਹ ਹੋਇਆ ਕਿ ਪੂਰਬ ਵੱਲ ਜਾਂਦੇ ਹੋਏ ਉਹਨਾਂ ਨੂੰ ਇੱਕ ਮੈਦਾਨ ਮਿਨਾਰ ਦੇਸ਼ ਵਿੱਚ ਲੱਭਾ ਅਤੇ ਉੱਥੇ ਉਹ ਵਸ ਗਏ। ਤਦ ਉਹਨਾਂ ਨੇ ਇੱਕ ਦੂਜੇ ਨੂੰ ਆਖਿਆ ਕਿ ਆਓ ਅਸੀਂ ਇੱਟਾਂ ਬਣਾਈਏ ਔਰ ਉਹਨਾਂ ਨੂੰ ਚੰਗੀ ਤਰ੍ਹਾਂ ਪਕਾਈਏ। ਸੋ ਉਹਨਾਂ ਕੋਲ ਪੱਥਰਾਂ ਦੀ ਥਾਂ ਇੱਟਾਂ ਔਰ ਚੂਨੇ ਦੀ ਥਾਂ ਗਾਰਾ ਸੀ। ਤਾਂ ਉਹਨਾਂ ਨੇ ਆਖਿਆ ਕਿ ਆਓ ਅਸੀਂ ਆਪਣੇ ਲਈ ਇੱਕ ਸ਼ਹਿਰ ਔਰ ਇੱਕ ਬੁਰਜ ਬਣਾਈਏ ਜਿਸ ਦੀ ਟੀਸੀ ਆਕਾਸ਼ ਤੱਕ ਹੋਵੇ, ਔਰ ਆਪਣੇ ਲਈ ਇੱਕ ਨਾਉ ਕੱਢੀਏ। ਅਜਿਹਾ ਨਾ ਹੋਵੇ ਭਾਈ ਅਸੀਂ ਸਾਰੀ ਧਰਤੀ ਉੱਤੇ ਖਿੰਡ ਜਾਈਏ। ਤਾਂ ਯਹੋਵਾ ਉਸ ਸ਼ਹਿਰ ਔਰ ਬੁਰਜ ਨੂੰ ਜਿਹਨੂੰ ਆਦਮ ਵੰਸ਼ ਨੇ ਬਣਾਇਆ ਸੀ ਵੇਖਣ ਲਈ ਉਤਰਿਆ। ਯਹੋਵਾ ਨੇ ਆਖਿਆ ਕਿ ਵੇਖੋ ਇਹ ਲੋਕ ਇੱਕ ਹਨ ਔਰ ਉਹਨਾਂ ਸਭਨਾਂ ਦੀ ਬੋਲੀ ਇੱਕ ਹੈ, ਅਤੇ ਉਹ ਇਹ ਕਰਨ ਲੱਗੇ ਹਨ ਜੋ ਕੁਝ ਉਹਨਾਂ ਦੇ ਕਰਨ ਦੀ ਭਾਵਨੀ ਹੋਵੇਗੀ ਹੁਣ ਉਹਨਾਂ ਅੱਗੇ ਨਹੀਂ ਅਟਕੇਗਾ। ਆਓ ਅਸੀਂ, ਉਹਨਾਂ ਨੇ ਕੀ ਕਿਹਾ, ਉਤਰੀਏ ਅਤੇ ਉੱਥੇ ਉਹਨਾਂ ਦੀ ਬੋਲੀ ਉਲਟ ਪੁਲਟ ਕਰ ਦਈਏ ਭਾਈ ਉਹ ਇੱਕ ਦੂਜੇ ਦੀ ਬੋਲੀ ਨਾ ਸਮਝਣ। ਜਦੋਂ ਪਰਮੇਸ਼ਵਰ ਨੇ ਲੋਕਾਂ ਨੂੰ ਬਾਬੁਲ ਦਾ ਬੁਰਜ ਬਣਾਉਣ ਤੋਂ ਰੋਕਿਆ ਤਦ ਪਰਮੇਸ਼ਵਰ ਲਈ ਬਹੁਵਚਨ ਸ਼ਬਦ ਅਸੀਂ ਦੀ ਵਰਤੋਂ ਕੀਤੀ ਗਈ ਸੀ। ਇੱਥੇ ਅਸੀਂ ਕਿਸ ਨੂੰ ਦਰਸਾਉਂਦਾ ਹੈ? ਇਹ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਹਨ ਜਿਨ੍ਹਾਂ ਨੇ ਉਤਪਤ ਅਧਿਆਇ 1 ਵਿੱਚ ਮਨੁੱਖ ਜਾਤੀ ਨੂੰ ਬਣਾਇਆ। ਉਹਨਾਂ ਨੇ ਉਦੋਂ ਵੀ ਨਾਲ ਕੰਮ ਕੀਤਾ ਜਦ ਉਹਨਾਂ ਉਤਪਤ ਅਧਿਆਇ 11 ਵਿੱਚ ਲੋਕਾਂ ਨੂੰ ਬਾਬੁਲ ਦੇ ਬੁਰਜ ਦੇ ਬਣਾਉਣ ਤੋਂ ਰੋਕਿਆ। ਇਹ ਇੱਕੋ ਇੱਕ ਵਚਨ ਨਹੀਂ ਹੈ। ਆਓ ਅਸੀਂ ਇੱਕ ਹੋਰ ਵਚਨ ਵੇਖੀਏ। ਯਸ਼ਾਇਆ ਅਧਿਆਇ 6 ਵਚਨ 6 ਲੱਭੀਏ। ਤਾਂ ਸਰਾਫਿਮ ਵਿੱਚੋਂ ਇੱਕ ਮੇਰੇ ਕੋਲ ਉੱਡ ਕੇ ਆਇਆ ਅਤੇ ਉਹਦੇ ਹੱਥ ਵਿੱਚ ਇੱਕ ਭਖਦਾ ਹੋਇਆ ਕੋਲਾ ਸੀ ਜਿਹੜਾ ਉਸਨੇ ਜਗਵੇਦੀ ਦੇ ਉੱਤੋਂ ਚਿਮਟੇ ਨਾਲ ਚੁੱਕਿਆ ਸੀ। ਤਾਂ ਉਸ ਇਹ ਆ ਕੇ ਮੇਰੇ ਮੂੰਹ ਨੂੰ ਛੋਇਆ, ਵੇਖ ਇਸਨੇ ਤੇਰੇ ਬੁੱਲਾਂ ਨੂੰ ਛੋਇਆ ਅਤੇ ਤੇਰੀ ਬਦੀ ਦੂਰ ਹੋਈ ਤੇ ਤੇਰਾ ਪਾਪ ਢੱਕਿਆ ਗਿਆ। ਫਿਰ ਮੈਂ ਪ੍ਰਭੂ ਦਾ ਇਹ ਵਚਨ ਸੁਣਿਆ। ਦੂਸਰੇ ਸ਼ਬਦਾਂ ਵਿੱਚ ਪਰਮੇਸ਼ਵਰ ਦੀ ਆਵਾਜ਼ ਸੁਣੀ, ਮੈਂ ਕਿਹਨੂੰ ਕੱਲਾਂ? ਅਤੇ ਉਹਨਾਂ ਨੇ ਕੀ ਕਿਹਾ? ਸਾਡੇ ਲਈ ਜਾਵੇਗਾ। ਇੱਥੇ ਪਰਮੇਸ਼ਵਰ ਨੇ ਇਹ ਨਹੀਂ ਕਿਹਾ ਕੌਣ ਮੇਰੇ ਲਈ ਜਾਵੇਗਾ, ਪਰ ਇਸ ਦੀ ਬਜਾਏ ਕਿਹਾ ਸਾਡੇ ਪਾਸਿਓਂ ਕੌਣ ਜਾਵੇਗਾ। ਫਿਰ ਪਰਮੇਸ਼ਵਰ ਜੋ ਇਹ ਕੰਮ ਸਾਡੇ ਵਾਂਗ ਕਰ ਰਿਹਾ ਹੈ ਉਹੀ ਪਰਮੇਸ਼ਵਰ ਹੈ ਜਿਸ ਨੇ ਕਿਹਾ ਅਸੀਂ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਈਏ।
ਅਤੇ ਜਿਨ੍ਹਾਂ ਨੇ ਬਾਬਲ ਦੇ ਬੁਰਜ ਬਣਾਉਣ ਤੋਂ ਲੋਕਾਂ ਨੂੰ ਰੋਕਿਆ ਸੀ। ਯਸ਼ਾਇਆ ਦੇ 6ਵੇਂ ਅਧਿਆਇ ਵਿੱਚ ਨਬੀਆਂ ਨੂੰ ਭੇਜਣ ਵੇਲੇ ਪਰਮੇਸ਼ਵਰ ਨੇ ਇਹ ਵੀ ਕਿਹਾ, ਸਾਡੇ ਵੱਲੋਂ ਕੌਣ ਜਾਵੇਗਾ? ਫਿਰ ਮੈਂ ਕਿਹਾ, ਮੈਂ ਇੱਥੇ ਹਾਂ, ਮੈਨੂੰ ਭੇਜੋ। ਦੁਨੀਆ ਦੇ ਧਰਮ ਸ਼ਾਸਤਰੀਆਂ ਲਈ ਇਹ ਤੱਥ ਕਿ ਪਰਮੇਸ਼ਵਰ ਨੇ ਅਸੀਂ ਕਿਹਾ ਇੱਕ ਭੇਤ ਬਣਿਆ ਹੋਇਆ ਹੈ। ਫਿਰ ਪਰਮੇਸ਼ਵਰ ਨੇ ਅਸੀਂ ਕਿਉਂ ਕਿਹਾ? ਪੂਰੀ ਬਾਈਬਲ ਵਿੱਚ ਐਲੋਹਿਮ ਸ਼ਬਦ ਦਾ 2500 ਤੋਂ ਜ਼ਿਆਦਾ ਵਾਰ ਜ਼ਿਕਰ ਕਿਉਂ ਕੀਤਾ ਗਿਆ? ਜੇ ਲੋਕਾਂ ਕੋਲ ਪਰਮੇਸ਼ਵਰ ਦੀਆਂ ਸਿੱਖਿਆਵਾਂ ਨੂੰ ਮੰਨਣ ਦਾ ਮਨ ਹੁੰਦਾ ਤਾਂ ਉਹ ਤੁਰੰਤ ਹੀ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਲੱਭ ਸਕਦੇ ਸੀ, ਪਰ ਕਿਉਂਕਿ ਉਹਨਾਂ ਨੇ ਬਾਈਬਲ ਨੂੰ ਇੰਨੇ ਲੰਬੇ ਸਮੇਂ ਲਈ ਏਕਾਧਿਕਾਰਵਾਦੀ ਨਜ਼ਰੀਏ ਨਾਲ ਪੜ੍ਹਿਆ ਹੈ, ਇਸ ਲਈ ਕੋਈ ਫਰਕ ਨਹੀਂ ਪੈਂਦਾ ਕਿ ਪਰਮੇਸ਼ਵਰ ਉਹਨਾਂ ਨੂੰ ਕਿੰਨੀ ਵਾਰ ਪਰਮੇਸ਼ਵਰ ਦੇ ਬਹੁਵਚਨ ਹੋਣ ਬਾਰੇ ਸਿਖਾਉਣ ਦੀ ਕੋਸ਼ਿਸ਼ ਕਰਨ, ਉਹ ਬਸ ਨਹੀਂ ਸੁਣ ਸਕਦੇ। ਉਹਨਾਂ ਦਾ ਦਾਅਵਾ ਹੈ ਸ਼ਬਦ ਐਲੋਹਿਮ ਸਿਰਫ ਸਿਰਲੇਖ ਹੈ। ਉਹ ਪਰਮੇਸ਼ਵਰ ਨੂੰ ਦਿੱਤਾ ਗਿਆ ਸੀ ਕਿ ਐਲੋਹਿਮ ਹੀ ਉਹ ਇੱਕ ਸ਼ਬਦ ਹੈ ਜਿਸ ਦੀ ਵਰਤੋਂ ਪਰਮੇਸ਼ਵਰ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ। ਇਸ ਤਰ੍ਹਾਂ ਨਹੀਂ ਹੈ। ਬਾਈਬਲ ਐਲ ਸ਼ਬਦ ਦੀ ਵਰਤੋਂ ਵੀ ਕਰਦੀ ਹੈ। ਅਸਲੀ ਇਬਰਾਨੀ ਲਿਖਤ ਵਿੱਚ ਪੂਰੀ ਬਾਈਬਲ ਵਿੱਚ ਕਈ ਥਾਵਾਂ ਤੇ ਪਰਮੇਸ਼ਵਰ ਨੂੰ ਇੱਕ ਵਚਨ ਅਤੇ ਬਹੁਵਚਨ ਦੋਨਾਂ ਦੇ ਤੌਰ ਤੇ ਦੱਸਿਆ ਗਿਆ ਹੈ। ਫਿਰ ਬਾਈਬਲ ਨੇ ਪਰਮੇਸ਼ਵਰ ਨੂੰ ਸਿਰਫ ਐਲੋਹਿਮ ਦੇ ਰੂਪ ਵਿੱਚ ਵਰਣਿਤ ਕਿਉਂ ਨਹੀਂ ਕੀਤਾ? ਇਹ ਕੁਝ ਥਾਵਾਂ ਤੇ ਐਲ ਅਤੇ ਕੁਝ ਥਾਵਾਂ ਤੇ ਐਲੋਹਿਮ ਕਿਉਂ ਕਹਿੰਦੀ ਹੈ? ਕਿ ਸ਼ਬਦ ਐਲੋਹਿਮ ਦੁਆਰਾ ਅਸੀਂ ਪਰਮੇਸ਼ਵਰ ਦੀ ਆਵਾਜ਼ ਨਹੀਂ ਸੁਣ ਸਕਦੇ ਅਤੇ ਪਿਤਾ ਅਤੇ ਮਾਤਾ ਜੀ ਦੀ ਮੌਜੂਦਗੀ ਪੁਸ਼ਟੀ ਨਹੀਂ ਕਰ ਸਕਦੇ? ਕੀ ਅਸੀਂ ਹੁਣ ਪਰਮੇਸ਼ਵਰ ਦੀ ਇਸ ਸਿੱਖਿਆ ਨੂੰ ਮੰਨਦੇ ਹੋਏ ਇਸ ਵਿੱਚ ਬਣੇ ਨਹੀਂ ਰਹਿੰਦੇ ਹਾਂ? ਫਿਰ ਵੀ ਕੁਝ ਲੋਕ ਆਪਣੀਆਂ ਖੁਦ ਦੀਆਂ ਸਿੱਖਿਆਵਾਂ ਬਣਾ ਰਹੇ ਹਨ। ਉਤਪਤੀ ਦੀ ਕਿਤਾਬ ਤੋਂ ਹੀ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਬਾਰੇ ਸਿੱਖਿਆਵਾਂ ਨੂੰ ਵਿਗਾੜਿਆ ਗਿਆ ਸੀ। ਇਸ ਤਰੀਕੇ ਨਾਲ ਯੀਸ਼ੂ ਜੋ ਧਰਤੀ ਉੱਤੇ ਆਏ ਸੀ ਅਸਵੀਕਾਰ ਕੀਤਾ ਗਿਆ ਅਤੇ ਸਲੀਬ ਤੇ ਚੜਾਇਆ ਗਿਆ। ਇਹਨਾਂ ਦਿਨਾਂ ਵਿੱਚ ਲੋਕ ਮਸੀਹ ਨੂੰ ਨਕਾਰਦੇ ਹਨ ਜੋ ਸਾਨੂੰ ਬਚਾਉਣ ਲਈ ਦੂਜੀ ਵਾਰ ਆਏ। ਭਾਵੇਂ ਹੀ ਇਹ ਮੀਕਾ ਅਧਿਆਇ 4 ਵਿੱਚ ਭਵਿੱਖਬਾਣੀ ਕੀਤੀ ਗਈ ਸੀ ਕਿ ਪਰਮੇਸ਼ਵਰ ਖੁਦ ਸਾਨੂੰ ਸਿਖਾਉਣ ਆਉਣਗੇ, ਪਰ ਕੋਈ ਵੀ ਉਹਨਾਂ ਨੂੰ ਸਵੀਕਾਰ ਨਹੀਂ ਕਰਦਾ। ਇਹ ਇਸ ਲਈ ਹੈ ਕਿਉਂਕਿ ਲੋਕਾਂ ਕੋਲ ਉਹਨਾਂ ਦੀ ਆਵਾਜ਼ ਨੂੰ ਸੁਣਨ ਦੇ ਕੰਨ ਨਹੀਂ ਹਨ ਅਤੇ ਨਾ ਹੀ ਉਹਨਾਂ ਦੀਆਂ ਸਿੱਖਿਆਵਾਂ ਤੇ ਕਾਇਮ ਰਹਿੰਦੇ ਹਨ। ਪਰਮੇਸ਼ਵਰ ਨੇ ਉਤਪਤੀ ਅਧਿਆਇ 1 ਅਤੇ ਅਧਿਆਇ 11 ਅਤੇ ਯਸ਼ਾਇਆ ਅਧਿਆਇ 6 ਵਿੱਚ ਬਾਰ-ਬਾਰ ਕਿਹਾ, ਅਸੀਂ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਈਏ। ਆਓ ਅਸੀਂ ਹੇਠਾਂ ਜਾ ਕੇ ਉਹਨਾਂ ਦੀ ਭਾਸ਼ਾ ਵਿੱਚ ਫਰਕ ਪਾਈਏ ਅਤੇ ਸਾਡੇ ਵੱਲੋਂ ਕੌਣ ਜਾਵੇਗਾ। ਅਸੀਂ ਇਸ ਸ਼ਬਦ ਦੁਆਰਾ ਅਸੀਂ ਸਪਸ਼ਟ ਤੌਰ ਤੇ ਪੁਸ਼ਟੀ ਕਰ ਸਕਦੇ ਹਾਂ ਕਿ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੇ ਸਾਰੇ ਯੁੱਗਾਂ ਵਿੱਚ ਮੁਕਤੀ ਦਾ ਕੰਮ ਇੱਕੋ ਸਮੇਂ ਕੀਤਾ ਹੈ, ਤਾਂ ਕਿ ਇਸ ਦਾ ਮਤਲਬ ਇਹ ਹੈ ਕਿ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਸਿਰਫ ਪੁਰਾਣੇ ਨਿਯਮ ਵਿੱਚ ਪ੍ਰਗਟ ਹੋਏ। ਪਿਤਾ ਅਤੇ ਮਾਤਾ ਸ਼ਬਦ ਸਪਸ਼ਟ ਤੌਰ ਤੇ ਨਵੇਂ ਨਿਯਮ ਵਿੱਚ ਲਿਖੇ ਗਏ ਹਨ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਕਰਨ ਵਿੱਚ ਮੁਸ਼ਕਿਲ ਹੁੰਦੀ ਹੈ। ਇਸ ਲਈ ਪਰਮੇਸ਼ਵਰ ਨੇ ਬਾਈਬਲ ਦੀਆਂ ਸਾਰੀਆਂ ਛੱਟ ਕਿਤਾਬਾਂ ਨੂੰ ਜੋੜੇ ਵਚਨਾਂ ਨਾਲ ਜੋੜਿਆ ਤਾਂ ਜੋ ਪਰਮੇਸ਼ਵਰ ਦੀਆਂ ਭੇਡਾਂ ਉਹਨਾਂ ਦੀ ਆਵਾਜ਼ ਸੁਣ ਸਕਣ। ਆਓ ਅਸੀਂ ਬਾਈਬਲ ਦੇ ਆਖਰੀ ਪੰਨੇ ਤੇ ਇੱਕ ਨਜ਼ਰ ਪਾਈਏ। ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17। ਆਤਮਾ ਅਤੇ ਲਾੜੀ ਆਖਦੀ ਹੈ, ਆਓ। ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਕਤ ਲਵੇ। ਆਤਮਾ ਕੌਣ ਹੈ? ਉਹ ਪਿਤਾ ਪਰਮੇਸ਼ਵਰ ਹਨ। ਫਿਰ ਪਿਤਾ ਪਰਮੇਸ਼ਵਰ ਦੀ ਲਾੜੀ ਕੌਣ ਹੈ? ਇਹ ਕੀ ਹੈ ਕਿ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਸਾਰੀ ਮਨੁੱਖ ਜਾਤੀ ਲਈ ਘੋਸ਼ਣਾ ਕਰ ਰਹੇ ਹਨ, ਜਿਹੜਾ ਵੀ ਚਾਹੇ ਉਹ ਅੰਮ੍ਰਿਤ ਜਲ ਮੁਫਤ ਲਵੇ। ਉਹ ਹੁਣ ਸਾਨੂੰ ਬੁਲਾ ਰਹੇ ਹਨ, ਹੈ ਨਾ? ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ ਗਵਾਹੀ ਸਿਰਫ ਉਤਪਤੀ ਅਧਿਆਇ 1 ਵਿੱਚ ਨਹੀਂ ਦਿੱਤੀ ਗਈ ਹੈ। ਉਹ ਪ੍ਰਕਾਸ਼ ਦੀ ਪੋਥੀ ਅਧਿਆਇ 22 ਦੇ ਅੰਤ ਵਿੱਚ ਸਾਰੀ ਮਨੁੱਖ ਜਾਤੀ ਲਈ ਇੱਕ ਸੁਨੇਹੇ ਦੀ ਘੋਸ਼ਣਾ ਕਰਦੇ ਹੋਏ ਪ੍ਰਗਟ ਹੁੰਦੇ ਹਨ ਕਿ ਰਸੂਲ ਯਹੂਨਾ ਨੇ ਪਰਮੇਸ਼ਵਰ ਦੀ ਇੱਛਾ ਅਨੁਸਾਰ ਦਰਸ਼ਨ ਨੂੰ ਸਪਸ਼ਟ ਤੌਰ ਤੇ ਦੇਖ ਕੇ ਰਿਕਾਰਡ ਨਹੀਂ ਕੀਤਾ। ਸਾਨੂੰ ਪਰਮੇਸ਼ਵਰ ਤੋਂ ਆਉਣ ਵਾਲੀ ਆਵਾਜ਼ ਨੂੰ ਸੁਣਨ ਦੇ ਯੋਗ ਹੋਣਾ ਚਾਹੀਦਾ ਹੈ, ਜਿਵੇਂ ਕਿ ਲਿਖਿਆ ਹੈ, ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ। ਸੁਣਨ ਦਾ ਅਰਥ ਹੈ ਸਮਝਣਾ, ਕਿਉਂਕਿ ਉਹ ਉਹਨਾਂ ਦੀ ਆਵਾਜ਼ ਜਾਣਦੀਆਂ ਹਨ। ਉਹ ਸਾਰੇ ਚਰਵਾਹੇ ਕੋਲ ਆਉਣ ਵਿੱਚ ਸਮਰਥੀ ਹਨ। ਇਸ ਤੋਂ ਇਲਾਵਾ ਇਹ ਇਰਮੀਆ ਅਧਿਆਇ 3 ਵਚਨ 17 ਵਿੱਚ ਲਿਖਿਆ ਗਿਆ ਹੈ, ਉਸ ਵੇਲੇ ਉਹ ਯਰੂਸ਼ਲਮ ਨੂੰ ਯਹੋਵਾ ਦਾ ਸਿੰਘਾਸਨ ਆਖਣਗੇ ਅਤੇ ਉਹਦੇ ਕੋਲ ਯਹੋਵਾ ਦੇ ਨਾਮ ਉੱਤੇ ਸਾਰੀਆਂ ਕੌਮਾਂ ਯਰੂਸ਼ਲਮ ਵਿੱਚ ਕੀ ਹੋਣਗੀਆਂ? ਇਕੱਠੀਆਂ ਹੋਣਗੀਆਂ। ਉਹ ਸਾਰੇ ਇਕੱਠੇ ਹੋ ਕੇ ਪਰਮੇਸ਼ਵਰ ਕੋਲ ਆਉਣਗੇ।
ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਨੂੰ ਇੱਕ ਹੋਰ ਵਾਰ ਪੜ੍ਹੀਏ। ਆਤਮਾ ਤੇ ਲਾੜੀ ਆਖਦੀ ਹੈ, ਮਤਲਬ ਪਵਿੱਤਰ ਆਤਮਾ ਪਰਮੇਸ਼ਵਰ ਅਤੇ ਸਾਡੀ ਸਵਰਗੀ ਮਾਤਾ ਜੀ ਜੋ ਪਵਿੱਤਰ ਆਤਮਾ ਦੀ ਲਾੜੀ ਹੈ ਕਹਿੰਦੇ ਹਨ, ਆਓ ਜਿਹੜਾ ਤਿਹਾਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਕਤ ਲਵੇ। ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗਮ ਵਾਕ ਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ। ਜੇ ਕੋਈ ਇਹਨਾਂ ਵਿੱਚ ਕੁਝ ਵਧਾਵੇ ਤਾਂ ਬਵਾ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਸ ਉੱਤੇ ਵਧਾਵੇਗਾ, ਅਤੇ ਜੋ ਕੋਈ ਇਸ ਅਗਮ ਵਾਕ ਦੀ ਪੋਥੀ ਦੀ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਬਿਰਛ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਹਦਾ ਹਿੱਸਾ ਘਟਾਵੇਗਾ। ਕਿਉਂਕਿ ਅਸੀਂ ਪਰਮੇਸ਼ਰ ਦੀ ਆਵਾਜ਼ ਸੁਣਦੇ ਹਾਂ, ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਜੋੜਨ ਜਾਂ ਘਟਾਉਣ ਦੀ ਹਿੰਮਤ ਨਹੀਂ ਕਰਾਂਗੇ। ਜੇ ਅਸੀਂ ਜੋੜਦੇ ਹਾਂ ਵਿਪਤਾਵਾਂ ਸਾਡੇ ਉੱਤੇ ਆਉਣਗੀਆਂ, ਅਤੇ ਜੇ ਅਸੀਂ ਘਟਾਉਂਦੇ ਹਾਂ ਫਿਰ ਪਵਿੱਤਰ ਸ਼ਹਿਰ ਵਿੱਚ ਦਾਖਲ ਹੋਣ ਦਾ ਸਨਮਾਨ ਸਾਡੇ ਤੋਂ ਲੈ ਲਿਆ ਜਾਵੇਗਾ। ਫਿਰ ਅਸੀਂ ਪਰਮੇਸ਼ਰ ਦੀ ਆਵਾਜ਼ ਵਿੱਚ ਕੁਝ ਜੋੜਦੇ ਜਾਂ ਘਟਾਉਣ ਦੀ ਹਿੰਮਤ ਕਿਵੇਂ ਕਰ ਸਕਦੇ ਹਾਂ? ਆਤਮਾ ਤੇ ਲਾੜੀ ਦੇ ਬਾਰੇ ਗਵਾਹੀ ਦੇਣ ਤੋਂ ਬਾਅਦ ਜੋ ਸਾਨੂੰ ਜੀਵਨ ਦਾ ਜਲ ਲੈਣ ਲਈ ਬੁਲਾ ਰਹੇ ਹਨ, ਪਰਮੇਸ਼ਰ ਨੇ ਸਾਨੂੰ ਚੇਤਾਵਨੀ ਦਿੱਤੀ ਕਿ ਅਸੀਂ ਬਾਈਬਲ ਦੀਆਂ ਭਵਿੱਖ ਬਾਣੀਆਂ ਤੋਂ ਕੁਝ ਨਾ ਜੋੜੀਏ ਜਾਂ ਨਾ ਘਟਾਈਏ। ਫਿਰ ਸਾਨੂੰ ਆਤਮਾ ਤੇ ਲਾੜੀ ਨੂੰ ਕਿਵੇਂ ਮੰਨਣਾ ਚਾਹੀਦਾ ਹੈ? ਉਹ ਕੌਣ ਹੈ ਜੋ ਸਾਨੂੰ ਬੁਲਾ ਰਹੇ ਹਨ? ਆਤਮਾ ਅਤੇ ਲਾੜੀ। ਜੇ ਲਾੜੀ ਮੌਜੂਦ ਨਹੀਂ ਹੈ ਤਾਂ ਫਿਰ ਲਾੜੀ ਸਾਡੇ ਨਾਲ ਕਿਵੇਂ ਗੱਲ ਕਰ ਸਕਦੀ ਹੈ? ਸਾਰੇ ਲੋਕੋ, ਇਸ ਦੁਨੀਆ ਵਿੱਚ ਬਿਨਾਂ ਕਾਰਨ ਕੁਝ ਨਹੀਂ ਹੁੰਦਾ। ਇੱਕ ਦਿਨ ਮੈਨੂੰ ਪਤਾ ਚੱਲਿਆ ਕਿ ਦੁਨੀਆ ਦੀ ਅੱਧੀ ਆਬਾਦੀ ਮਰਦ ਹੈ ਅਤੇ ਦੂਸਰੀ ਅੱਧੀ ਇਸਤਰੀ ਹੈ। ਇਸ ਦੇ ਦੁਆਰਾ ਮੈਨੂੰ ਇੱਕ ਡੂੰਘੀ ਭਾਵਨਾ ਮਿਲੀ ਕਿ ਸਾਡੇ ਪਰਮੇਸ਼ਰ ਜਿਉਂਦੇ ਹਨ ਅਤੇ ਆਪਣਾ ਕੰਮ ਕਰਨ ਵਿੱਚ ਸਰਗਰਮ ਹਨ। ਮੈਂ ਸੱਚਮੁੱਚ ਹੈਰਾਨ ਸੀ। ਇਹ 70% ਆਦਮੀ ਅਤੇ 30% ਇਸਤਰੀਆਂ ਹੋ ਸਕਦੀਆਂ ਸੀ, ਜਾਂ ਇਹ 70% ਇਸਤਰੀਆਂ ਅਤੇ 30% ਆਦਮੀ ਹੋ ਸਕਦੇ ਸੀ, ਜਾਂ ਕੋਈ ਮਹੀਨਾ ਹੋ ਸਕਦਾ ਸੀ ਜਦ ਸਿਰਫ ਆਦਮੀ ਪੈਦਾ ਹੁੰਦੇ ਹੋਣ। ਪਰ ਹੈਰਾਨੀ ਦੀ ਗੱਲ ਹੈ ਕਿ ਇਹ ਇਸ ਤਰ੍ਹਾਂ ਨਹੀਂ ਹੋਇਆ ਹੈ। ਇਸ ਨੂੰ ਨਿਯੰਤਰਣ ਕਰਨ ਵਾਲੇ ਪਰਮੇਸ਼ਰ ਦੇ ਹੱਥ ਬਿਨਾਂ ਇਸ ਤਰ੍ਹਾਂ ਕੁਝ ਕਿਵੇਂ ਹੋ ਸਕਦਾ ਹੈ? ਕਿਸੇ ਸ਼ੱਕ ਬਿਨਾਂ ਪਰਮੇਸ਼ਰ ਜਿਉਂਦੇ ਹਨ ਅਤੇ ਉਹ ਆਪਣੇ ਸ਼ਕਤੀਸ਼ਾਲੀ ਕੰਮ ਕਰ ਰਹੇ ਹਨ। ਸਾਨੂੰ ਇਸ ਤੱਥ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਹਮੇਸ਼ਾ ਉਹਨਾਂ ਦੀ ਆਵਾਜ਼ ਤੇ ਆਪਣੇ ਕੰਨ ਲਗਾ ਕੇ ਪਰਮੇਸ਼ਰ ਦੀਆਂ ਸਿੱਖਿਆਵਾਂ ਵਿੱਚ ਬਣੇ ਰਹਿਣਾ ਚਾਹੀਦਾ ਹੈ। ਸਾਡੇ ਪਰਮੇਸ਼ਰ ਜਿਉਂਦੇ ਪਰਮੇਸ਼ਰ ਹਨ। ਪਰਮੇਸ਼ਰ ਜੀਵਨ ਦੀ ਸ਼ਿਲਪਕਾਰੀ ਹੈ। ਉਹ ਨਿਸ਼ਚਿਤ ਤੌਰ ਤੇ ਮੌਜੂਦ ਹਨ। ਮੈਂ ਪੂਰੀ ਉਮੀਦ ਕਰਦਾ ਹਾਂ ਇਹ ਕੋਈ ਫਰਕ ਨਹੀਂ ਪੈਂਦਾ ਕਿ ਪਰਮੇਸ਼ਰ ਸਾਨੂੰ ਕਿੱਥੇ ਲੈ ਜਾਂਦਾ ਹੈ। ਅਸੀਂ ਸਾਰੇ ਅੰਤ ਤੱਕ ਉਹਨਾਂ ਦੀਆਂ ਸਿੱਖਿਆਵਾਂ ਦਾ ਪਾਲਨ ਕਰ ਸਕਦੇ ਹਾਂ ਤਾਂ ਕਿ ਅਸੀਂ ਸਾਰੇ ਕਿਸੇ ਨੂੰ ਵੀ ਪਿੱਛੇ ਛੱਡੇ ਬਿਨਾਂ ਸਵਰਗ ਜੋ ਪਰਮੇਸ਼ਰ ਨੇ ਸਾਡੇ ਲਈ ਤਿਆਰ ਕੀਤਾ ਹੈ ਪ੍ਰਵੇਸ਼ ਕਰ ਸਕੀਏ। ਇਸ ਨਾਲ ਅੱਜ ਦਾ ਉਪਦੇਸ਼ ਖਤਮ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।